ਸਤਿ ਸ਼੍ਰੀ ਅਕਾਲ ਜੀ। ਮੇਰੀ ਪਤਨੀ ਵਿਆਹ ਦੀ ਰਾਤ ਹੀ ਬੇਹੋਸ਼ ਹੋ ਗਈ। ਡਾਕਟਰ ਦੇ ਕੋਲ ਲੈ ਕੇ ਗਿਆ ਤਾਂ ਡਾਕਟਰ ਨੇ ਕਿਹਾ ਤੇਰੀ ਪਤਨੀ ਗਰਭਵਤੀ ਆ। ਮੈਂ ਗੁੱਸੇ ਵਿੱਚ ਆ ਕੇ ਆਪਣੀ ਪਤਨੀ ਨੂੰ ਤਲਾਕ ਦੇਣ ਲੱਗਿਆ ਤਾਂ ਮੇਰੀ ਪਤਨੀ ਚੀਕਣ ਲੱਗੀ ਕਿ ਤਲਾਕ ਨਾ ਦਿਓ, ਇਹ ਬੱਚਾ ਤਾਂ ਤੁਹਾਡਾ ਹੀ ਹੈ। ਕਿਉਂਕਿ ਵਿਆਹ ਦਾ ਦਿਨ ਹਰ ਕਿਸੇ ਦੇ ਲਈ ਅਰਮਾਨਾਂ ਭਰਿਆ ਹੁੰਦਾ ਅਤੇ ਫਿਰ ਅਜਿਹਾ ਪਤੀ ਜਿਸ ਨੂੰ ਉਹ ਪਹਿਲਾਂ ਹੀ ਪਸੰਦ ਕਰ ਚੁੱਕੀ ਸੀ, ਉਸ ਦੇ ਲਈ ਤਾਂ ਇਹ ਦਿਨ ਕੁਝ ਜ਼ਿਆਦਾ ਹੀ ਖੁਸ਼ੀ ਵਾਲਾ ਸੀ ਤੇ ਮੇਰੇ ਲਈ ਵੀ ਇਹ ਖੁਸ਼ੀ ਦਾ ਦਿਨ ਸੀ। ਮੈਂ ਖੁਸ਼ੀ ਜਿਵੇਂ ਹੀ ਆਪਣੇ ਕਮਰੇ ਵਿੱਚ ਦਾਖਲ ਹੋਇਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਮੇਰੀ ਪਤਨੀ ਬੇਹੋਸ਼ ਹੋ ਕੇ ਡਿੱਗ ਪਈ। ਮੈਨੂੰ ਲੱਗਿਆ ਕਮਜ਼ੋਰੀ ਦੀ ਵਜ੍ਹਾ ਨਾਲ ਅਜਿਹਾ ਹੋਇਆ ਹੋਵੇਗਾ, ਕਿਉਂਕਿ ਲੜਕੀਆਂ ਵਿਆਹ ਤੋਂ ਪਹਿਲਾਂ ਜ਼ਿਆਦਾ ਹੀ ਫਿਕਰ ਕਰਦੀਆਂ। ਹੋਸ਼ ਵਿੱਚ ਲਿਆਉਣ ਦੀ ਹਰ ਕੋਸ਼ਿਸ਼ ਨਾਕਾਮ ਰਹੀ ਤਾਂ ਉਸ ਨੂੰ ਲੈ ਕੇ ਹਸਪਤਾਲ ਪਹੁੰਚ ਗਿਆ। ਡਾਕਟਰ ਨੇ ਤਾਕਤ ਦੇ ਇੰਜੈਕਸ਼ਨ ਵਗੈਰਾ ਦਿੱਤੇ ਤੇ ਬਹੁਤ ਟੈਸਟ ਵਗੈਰਾ ਕੀਤੇ ਤੇ ਉਹ ਹੋਸ਼ ਵਿੱਚ ਆ ਗਈ। ਪਰ ਦੂਜੇ ਦਿਨ ਜਦੋਂ ਮੈਂ ਰਿਪੋਰਟ ਲੈਣ ਡਾਕਟਰ ਕੋਲ ਗਿਆ ਤਾਂ ਡਾਕਟਰ ਨੇ ਜੋ ਦੱਸਿਆ, ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਅਜਿਹਾ ਕਿਵੇਂ ਹੋ ਸਕਦਾ ਸੀ? ਤੇ ਫਿਰ ਜਦੋਂ ਘਰ ਆ ਕੇ ਮੈਂ ਆਪਣੀ ਪਤਨੀ ਨਾਲ ਇਹ ਗੱਲ ਕੀਤੀ, ਮੈਂ ਤਾਂ ਆਪਣੀ ਪਤਨੀ ਨੂੰ ਤਲਾਕ ਦੇਣ ਲਈ ਤਿਆਰ ਹੋ ਗਿਆ ਸੀ, ਪਰ ਉਸ ਨੇ ਮੇਰੇ ਪੈਰ ਫੜ ਕੇ ਮੈਨੂੰ ਜੋ ਗੱਲ ਦੱਸੀ ਉਹ ਮੇਰਾ ਦਿਮਾਗ ਘੁਮਾਉਣ ਲਈ ਕਾਫੀ ਸੀ। ਮੈਂ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ। ਮੇਰਾ ਨਾਮ ਵਿਰਾਟ ਹੈ ਅਤੇ ਮੈਂ ਇੱਕ ਅਮੀਰ ਫੈਮਿਲੀ ਵਿੱਚੋਂ ਹਾਂ। ਮੈਂ ਆਪਣੇ ਮਾਂ-ਬਾਪ ਦਾ ਇਕਲੌਤਾ ਬੇਟਾ ਸੀ ਅਤੇ ਬਹੁਤ ਜ਼ਿਆਦਾ ਪੈਸੇ ਅਤੇ ਲਾਡਲਾ ਹੋਣ ਦੇ ਬਾਵਜੂਦ ਵੀ ਮੈਂ ਵਿਗੜਿਆ ਹੋਇਆ ਨਹੀਂ ਸੀ, ਕਿਉਂਕਿ ਮੇਰੀ ਮਾਂ ਬਹੁਤ ਚੰਗੀ ਔਰਤ ਸੀ ਤੇ ਉਸ ਨੇ ਮੇਰੀ ਪਰਵਰਿਸ਼ ਬਹੁਤ ਚੰਗੇ ਤਰੀਕੇ ਨਾਲ ਕੀਤੀ ਸੀ। ਮੈਂ ਬਹੁਤ ਸਿੱਧਾ ਤੇ ਸੋਹਣਾ ਸੀ। ਮੇਰੀ ਕਲਾਸ ਦੇ ਲੜਕੇ ਤਾਂ ਮੈਨੂੰ ਸਿੱਧਰਾ ਕਹਿ ਕੇ ਚੜਾਉਂਦੇ ਵੀ ਸੀ, ਪਰ ਮੈਂ ਕਿਸੇ ਦੀ ਗੱਲ ਦਾ ਕਦੇ ਬੁਰਾ ਨਹੀਂ ਮਨਾਇਆ ਸੀ, ਕਿਉਂਕਿ ਸਹੀ ਅਤੇ ਗਲਤ ਵਿੱਚ ਫਰਕ ਮੈਨੂੰ ਮੇਰੀ ਮਾਂ ਨੇ ਬਚਪਨ ਵਿੱਚ ਹੀ ਬਹੁਤ ਚੰਗੇ ਤਰੀਕੇ ਨਾਲ ਸਿਖਾ ਦਿੱਤਾ ਸੀ। ਤੇ ਜਦੋਂ ਮੈਂ ਪੜ੍ਹਾਈ ਪੂਰੀ ਕਰਕੇ ਆਪਣੇ ਮਾਂ-ਬਾਪ ਦੇ ਨਾਲ ਉਸ ਦਾ ਬਿਜ਼ਨਸ ਸੰਭਾਲ ਰਿਹਾ ਸੀ ਤਾਂ ਮੇਰੀ ਮਾਂ ਨੂੰ ਮੇਰੇ ਵਿਆਹ ਦੀ ਫਿਕਰ ਹੋਣ ਲੱਗੀ। ਪਰ ਇਸ ਮਾਮਲੇ ਵਿੱਚ ਮੈਂ ਉਸ ਨੂੰ ਦੱਸ ਦਿੱਤਾ ਕਿ ਮੈਂ ਵਿਆਹ ਉਸ ਨਾਲ ਕਰਾਂਗਾ ਜੋ ਮੈਨੂੰ ਪਸੰਦ ਹੋਵੇਗੀ ਅਤੇ ਅਜਿਹੀ ਕੋਈ ਕੁੜੀ ਹੁਣ ਤੱਕ ਮੇਰੇ ਸਾਹਮਣੇ ਨਹੀਂ ਆਈ ਸੀ ਜੋ ਮੇਰੇ ਲਾਇਕ ਹੋਵੇ, ਕਿਉਂਕਿ ਮੇਰੇ ਇਰਦ ਗਿਰਦ ਸਭ ਵਿਗੜੀਆਂ ਹੋਈਆਂ ਲੜਕੀਆਂ ਸੀ। ਕਾਲਜ ਵਿੱਚ ਵੀ ਅਜਿਹੀਆਂ ਲੜਕੀਆਂ ਸੀ ਜਿਨ੍ਹਾਂ ਨਾਲ ਵਕਤ ਗੁਜ਼ਾਰੀ ਤਾਂ ਹੋ ਸਕਦੀ ਸੀ, ਪਰ ਜੀਵਨ ਸਾਥੀ ਨਹੀਂ ਬਣਾਇਆ ਜਾ ਸਕਦਾ ਸੀ। ਮੇਰੇ ਮਾਂ-ਬਾਪ ਨੇ ਮੈਨੂੰ ਹਰ ਮਾਮਲੇ ਵਿੱਚ ਖੁੱਲ੍ਹ ਦੇ ਰੱਖੀ ਸੀ, ਪਰ ਵਕਤ ਗੁਜ਼ਾਰਨ ਦੇ ਨਾਲ ਮੇਰੀ ਮਾਂ ਦੀ ਚਾਹਤ ਵੱਧਦੀ ਜਾ ਰਹੀ ਸੀ ਕਿ ਹੁਣ ਵਿਆਹ ਕਰ ਲਾ, ਕਿਉਂਕਿ ਤੇਰੀ ਉਮਰ ਨਿਕਲਦੀ ਜਾ ਰਹੀ ਆ। ਤੇ ਉਹ ਜੋ ਕਿਹਾ ਜਾਂਦਾ ਸੀ ਕਿ ਜੋੜੇ ਅਸਮਾਨ ਵਿੱਚ ਬਣਦੇ ਹਨ, ਮੈਨੂੰ ਉਸ 'ਤੇ ਪੂਰਾ ਵਿਸ਼ਵਾਸ ਸੀ ਕਿ ਰੱਬ ਨੇ ਮੇਰੇ ਲਈ ਮੇਰੇ ਜੋੜ ਦੀ ਕੋਈ ਤਲਾਸ਼ ਕਰਕੇ ਰੱਖੀ ਹੋਵੇਗੀ। ਅਤੇ ਫਿਰ ਇੱਕ ਦਿਨ ਉਹ ਮੇਰੇ ਸਾਹਮਣੇ ਆ ਗਈ। ਮੈਂ ਸ਼ਾਪਿੰਗ ਕਰਨ ਦਾ ਬਹੁਤ ਸ਼ੌਕੀਨ ਸੀ, ਇਸ ਲਈ ਬਿਜ਼ਨਸ ਦੇ ਨਾਲ ਬਾਜ਼ਾਰ ਸ਼ਾਪਿੰਗ ਕਰਨ ਵੀ ਚਲਿਆ ਜਾਂਦਾ ਸੀ। ਇਸ ਲਈ ਮੈਂ ਆਪਣੇ ਇਲਾਕੇ ਦੇ ਇੱਕ ਸ਼ਾਪਿੰਗ ਮਾਲ ਵਿੱਚ ਸ਼ਾਪਿੰਗ ਕਰਨ ਲਈ ਗਿਆ ਤਾਂ ਉਹ ਉੱਥੇ ਨਜ਼ਰ ਆਈ। ਉਸ ਦੀ ਸਾਦਗੀ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ, ਪਰ ਉਹ ਮੈਨੂੰ ਦੇਖ ਕੇ ਇਸ ਤਰ੍ਹਾਂ ਚੌਂਕੀ ਜਿਵੇਂ ਉਹ ਮੈਨੂੰ ਪਹਿਲਾਂ ਤੋਂ ਹੀ ਜਾਣਦੀ ਹੋਵੇ। ਉਹਦੀਆਂ ਅੱਖਾਂ ਵਿੱਚ ਮੈਨੂੰ ਖੌਫ ਦੀ ਪਰਛਾਈ ਨਜ਼ਰ ਆਉਂਦੀ ਸੀ। ਮੈਂ ਤਾਂ ਉਸ ਨੂੰ ਪਹਿਲੀ ਵਾਰ ਵੇਖ ਰਿਹਾ ਸੀ ਤਾਂ ਉਹ ਮੇਰੇ ਤੋਂ ਕਿਉਂ ਡਰੀ ਸੀ? ਮੈਂ ਉਸ ਨਾਲ ਗੱਲ ਕਰਨੀ ਚਾਹੀ, ਪਰ ਉਹ ਮੇਰੇ ਕੋਲੋਂ ਇਸ ਤਰ੍ਹਾਂ ਭੱਜੀ ਜਿਵੇਂ ਉਹ ਮੇਰੇ ਤੋਂ ਪਿੱਛਾ ਛੁਡਵਾਉਣਾ ਚਾਹੁੰਦੀ ਹੋਵੇ। ਉਸ ਦੀ ਇਸ ਗੱਲ ਨੇ ਮੈਨੂੰ ਹੈਰਾਨੀ ਵਿੱਚ ਪਾ ਦਿੱਤਾ। ਉਸ ਦੀ ਹੈਰਾਨੀ ਅਤੇ ਬੇਚੈਨੀ ਨੇ ਮੈਨੂੰ ਮਜਬੂਰ ਕਰ ਦਿੱਤਾ ਕਿ ਮੈਂ ਵਾਰ-ਵਾਰ ਉਸ ਮਾਲ ਵਿੱਚ ਜਾਵਾਂ ਅਤੇ ਕੁਝ ਦਿਨਾਂ ਬਾਅਦ ਹੀ ਉਹ ਮੈਨੂੰ ਦੁਬਾਰਾ ਉੱਥੇ ਨਜ਼ਰ ਆਈ। ਮੈਂ ਘਰ ਤੱਕ ਉਸ ਦਾ ਪਿੱਛਾ ਕਰਨ ਵਿੱਚ ਕਾਮਯਾਬ ਹੋ ਗਿਆ। ਜਦੋਂ ਮੈਂ ਉਸ ਦੇ ਬਾਰੇ ਵਿੱਚ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਸ ਦਾ ਨਾਮ ਸੁਮਨ ਹੈ ਅਤੇ ਉਹ ਲੋਕ ਕੁਝ ਹੀ ਦਿਨ ਪਹਿਲਾਂ ਇਸ ਇਲਾਕੇ ਵਿੱਚ ਸ਼ਿਫਟ ਹੋਏ ਹਨ। ਅਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਆਪਣੇ ਮਾਂ-ਬਾਪ ਦੀ ਇਕਲੌਤੀ ਬੇਟੀ ਹੈ। ਉਸ ਤੋਂ ਜ਼ਿਆਦਾ ਮੈਨੂੰ ਕੁਝ ਪਤਾ ਨਾ ਲੱਗਿਆ, ਪਰ ਮੈਂ ਤਾਂ ਉਸ ਦੀ ਸਾਦਗੀ ਤੋਂ ਪ੍ਰਭਾਵਿਤ ਸੀ। ਉਹ ਮੇਰੇ ਤੋਂ ਇੰਨੀ ਡਰੀ ਹੋਈ ਕਿਉਂ ਸੀ? ਕਿਉਂਕਿ ਮੈਂ ਤਾਂ ਹਾਲੇ ਤੱਕ ਉਸ ਨਾਲ ਕੋਈ ਗੱਲ ਵੀ ਨਹੀਂ ਕੀਤੀ ਸੀ। ਮੈਂ ਉਸ ਨਾਲ ਗੱਲ ਕਰਨ ਦਾ ਮੌਕਾ ਲੱਭਣ ਲੱਗਿਆ ਕਿ ਕਦੋਂ ਉਸ ਨਾਲ ਗੱਲ ਕਰਾਂ। ਉਸ ਦਾ ਮੇਰੇ ਤੋਂ ਦੂਰ ਭੱਜਣਾ ਮੈਨੂੰ ਦਿਨ ਬ ਦਿਨ ਹੋਰ ਵੀ ਉਸ ਦੀ ਚਾਹਤ ਵਿੱਚ ਪਾਗਲ ਕਰਨ ਲੱਗਿਆ। ਫਿਰ ਭਾਗਾਂ ਦਾ ਇੱਕ ਅਜਿਹਾ ਚਮਤਕਾਰ ਹੋਇਆ ਕਿ ਕੁਝ ਦਿਨਾਂ ਬਾਅਦ ਉਹ ਲੜਕੀ ਮੇਰੀ ਹੀ ਕੰਪਨੀ ਵਿੱਚ ਨਵੀਂ ਟ੍ਰੇਨਿੰਗ ਦੇ ਤੌਰ 'ਤੇ ਆ ਗਈ। ਕਿਉਂਕਿ ਟ੍ਰੇਨਿੰਗ ਦਾ ਇੰਟਰਵਿਊ ਮੈਂ ਨਹੀਂ ਕਰਦਾ ਸੀ, ਇਸ ਲਈ ਉਸ ਲੜਕੀ ਦਾ ਮੇਰੇ ਨਾਲ ਆਮਣਾ ਸਾਹਮਣਾ ਨਾ ਹੋਇਆ। ਅਤੇ ਜਿਸ ਦਿਨ ਉਸ ਨੇ ਕੰਪਨੀ ਜੁਆਇਨ ਕੀਤੀ, ਉਸ ਦੇ ਦੂਜੇ ਦਿਨ ਮੈਨੂੰ ਪਤਾ ਲੱਗਿਆ ਕਿ ਉਹ ਮੇਰੀ ਕੰਪਨੀ ਆਉਂਦੀ ਆ ਅਤੇ ਫਿਰ ਮੇਰੀ ਇੰਪਲੋਏ ਹੋਣ ਦੀ ਵਜ੍ਹਾ ਨਾਲ ਉਹ ਮੇਰੇ ਹਰ ਸਵਾਲ ਦਾ ਜਵਾਬ ਦੇ ਸਕਦੀ ਸੀ। ਮੈਂ ਉਸ ਨੂੰ ਆਪਣੇ ਕੈਬਿਨ ਵਿੱਚ ਬੁਲਾਇਆ ਤੇ ਮੈਨੂੰ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਖੌਫ ਨਜ਼ਰ ਆਉਣ ਲੱਗਿਆ। ਮੈਂ ਉਸ ਨੂੰ ਪੁੱਛਿਆ ਕਿ ਤੂੰ ਮੇਰੇ ਤੋਂ ਕਿਉਂ ਡਰਦੀ ਆਂ?
ਮੈਂ ਤੈਨੂੰ ਅਜਿਹਾ ਕੀ ਕਿਹਾ, ਪਰ ਉਹ ਕਮਰਾ ਛੱਡ ਕੇ ਬਾਹਰ ਚਲੀ ਗਈ ਤੇ ਅਗਲੇ 2 ਘੰਟੇ ਬਾਅਦ ਉਸ ਦਾ ਰੈਜੀਗ੍ਰੇਸ਼ਨ ਲੈਟਰ ਮੇਰੀ ਟੇਬਲ 'ਤੇ ਮੌਜੂਦ ਸੀ। ਇਸ ਚੀਜ਼ ਨੇ ਮੈਨੂੰ ਹੋਰ ਹੈਰਾਨ ਕਰ ਦਿੱਤਾ। ਹੁਣ ਤਾਂ ਮੈਂ ਪਾਗਲਾਂ ਦੀ ਤਰ੍ਹਾਂ ਉਸ ਦੇ ਪਿੱਛੇ ਭੱਜ ਰਿਹਾ ਸੀ, ਇੱਥੋਂ ਤੱਕ ਕਿ ਮੈਂ ਆਪਣੇ ਘਰ ਵੀ ਦੱਸ ਦਿੱਤਾ ਸੀ ਕਿ ਮੈਨੂੰ ਲੜਕੀ ਪਸੰਦ ਆ ਗਈ ਆ। ਮੇਰੀ ਮਾਂ ਤਾਂ ਹਰ ਲੜਕੀ ਦੇ ਲਈ ਤਿਆਰ ਸੀ ਜੋ ਮੇਰੀ ਪਸੰਦ ਸੀ, ਪਰ ਮੈਂ ਇੱਕ ਸ਼ਰਤ ਰੱਖੀ ਦਿੱਤੀ ਸੀ ਕਿ ਜਦੋਂ ਮੇਰਾ ਰਿਸ਼ਤਾ ਲੈ ਕੇ ਜਾਓਗੇ ਤਾਂ ਉਸ ਲੜਕੀ ਨੂੰ ਮੇਰੇ ਬਾਰੇ ਕੁਝ ਨਾ ਦੱਸਣਾ, ਵਰਨਾ ਉਹ ਇਨਕਾਰ ਕਰ ਦੇਵੇਗੀ। ਇੱਕ ਰਿਸ਼ਤਾ ਕਰਵਾਉਣ ਵਾਲੀ ਆਂਟੀ ਦੇ ਜ਼ਰੀਏ ਉਸ ਘਰ ਵਿੱਚ ਰਿਸ਼ਤਾ ਭੇਜ ਦਿੱਤਾ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਮਾਂ ਨੇ ਕੀ ਕਿਹਾ, ਲੜਕੀ ਨੇ ਕੀ ਕਿਹਾ ਅਤੇ ਕਿਵੇਂ ਇਹ ਸਭ ਕੁਝ ਹੋਇਆ। ਬਸ 1 ਮਹੀਨੇ ਦੇ ਅੰਦਰ ਮੇਰਾ ਉਸ ਦੇ ਨਾਲ ਰਿਸ਼ਤਾ ਹੋ ਚੁੱਕਿਆ ਸੀ, ਪਰ ਰਿਸ਼ਤਾ ਹੋਣ ਦੇ ਬਾਅਦ ਵੀ ਮੈਂ ਉਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਮੇਰੇ ਮਨ ਵਿੱਚ ਇੱਕ ਡਰ ਸੀ ਕਿ ਜੇ ਮੈਂ ਉਸ ਦੇ ਸਾਹਮਣੇ ਆਇਆ ਤਾਂ ਉਹ ਕਿਤੇ ਇਸ ਰਿਸ਼ਤੇ ਤੋਂ ਇਨਕਾਰ ਨਾ ਕਰ ਦੇਵੇ। ਤੇ ਸੱਚ ਗੱਲ ਤਾਂ ਇਹ ਸੀ ਕਿ ਮੈਂ ਉਸ ਤੋਂ ਦੂਰ ਨਹੀਂ ਰਹਿ ਸਕਦਾ ਸੀ। ਉਹ ਮੇਰੇ ਤੋਂ ਕਿਉਂ ਡਰੀ ਸੀ? ਇਹ ਸਭ ਗੱਲਾਂ ਮੈਂ ਉਸ ਤੋਂ ਪੁੱਛਣਾ ਚਾਹੁੰਦਾ ਸੀ। ਮੈਨੂੰ ਹੁਣ ਵਿਆਹ ਦੀ ਜਲਦੀ ਸੀ। ਕਰੀਬ 1 ਮਹੀਨੇ ਬਾਅਦ ਮੇਰਾ ਵਿਆਹ ਤੈਅ ਹੋ ਗਿਆ। ਮੇਰੀ ਮਾਂ ਅਤੇ ਸਭ ਨੂੰ ਲੱਗਦਾ ਸੀ ਕਿ ਮੈਂ ਵਿਆਹ ਆਪਣੀ ਮਰਜ਼ੀ ਨਾਲ ਕਰ ਰਿਹਾ ਹਾਂ, ਇਸ ਲਈ ਯਕੀਨਨ ਲੜਕੀ ਨਾਲ ਮੇਰੀ ਗੱਲ ਹੁੰਦੀ ਹੋਵੇਗੀ, ਪਰ ਹਕੀਕਤ ਕੀ ਸੀ ਉਹ ਤਾਂ ਮੈਂ ਹੀ ਜਾਣਦਾ ਸੀ। ਮੈਂ ਚਾਹੁੰਦਾ ਹੀ ਨਹੀਂ ਸੀ ਕਿ ਮੈਂ ਉਸ ਨਾਲ ਗੱਲ ਕਰਾਂ। ਜਿੰਨਾ ਚਿਰ ਵਿਆਹ ਨਹੀਂ ਹੋ ਜਾਂਦਾ ਉਹ ਮੇਰੇ ਬਾਰੇ ਕੁਝ ਨਹੀਂ ਜਾਣਦੀ ਸੀ, ਜਦ ਕਿ ਮੈਂ ਵੀ ਉਸ ਦੇ ਬਾਰੇ ਸਿਰਫ ਉਸ ਦੇ ਨਾਮ ਤੋਂ ਇਲਾਵਾ ਕੁਝ ਖਾਸ ਨਹੀਂ ਜਾਣਦਾ ਸੀ। ਮੈਨੂੰ ਵਿਆਹ ਵਾਲੇ ਦਿਨ ਦਾ ਇੰਤਜ਼ਾਰ ਸੀ ਤੇ ਫਿਰ ਆਖਿਰ ਵਿਆਹ ਵਾਲਾ ਦਿਨ ਵੀ ਆ ਗਿਆ। ਮੈਂ ਬਹੁਤ ਖੁਸ਼ ਸੀ। ਜਿਸ ਨੂੰ ਮੈਂ ਚਾਹਿਆ ਸੀ ਉਸ ਨੂੰ ਅੱਜ ਮੈਂ ਪਾ ਲਿਆ। ਪਤਨੀ ਬਣਾਉਣ ਤੋਂ ਬਾਅਦ ਪਹਿਲਾਂ ਮੈਂ ਉਸ ਦੇ ਨਾਲ ਗੱਲ ਤੱਕ ਨਹੀਂ ਕੀਤੀ ਸੀ, ਇਸ ਲਈ ਮੈਨੂੰ ਬਹੁਤ ਜ਼ਿਆਦਾ ਇਸ ਗੱਲ ਦਾ ਇੰਤਜ਼ਾਰ ਸੀ ਕਿ ਉਹ ਮੇਰੇ ਕੋਲ ਆਵੇਗੀ ਤੇ ਮੈਂ ਉਸ ਦੇ ਨਾਲ ਗੱਲਾਂ ਕਰਾਂਗਾ। ਪਰ ਰੱਬ ਨੇ ਸਾਡੇ ਲਈ ਕੀ ਸੋਚ ਰੱਖਿਆ ਸੀ ਇਹ ਤਾਂ ਮੈਂ ਨਹੀਂ ਜਾਣਦਾ ਸੀ। ਅੱਜ ਸਾਡਾ ਵਿਆਹ ਸੀ। ਉਹ ਬਹੁਤ ਜ਼ਿਆਦਾ ਨਰਵਸ ਦਿਖਾਈ ਦੇ ਰਹੀ ਸੀ। ਉਸ ਦੀਆਂ ਅੱਖਾਂ ਵਿੱਚ ਖੌਫ, ਬੇਚੈਨੀ ਸੀ। ਵਿਦਾਈ ਦਾ ਵਕਤ ਹੋ ਗਿਆ, ਪਰ ਹਰ ਕਦਮ 'ਤੇ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਉਹ ਲੜਕੀ ਬਹੁਤ ਪਰੇਸ਼ਾਨ, ਡਰੀ ਹੋਈ ਸੀ, ਪਰ ਮੈਂ ਉਸ ਦਾ ਡਰ ਦੂਰ ਕਰਨਾ ਚਾਹੁੰਦਾ ਸੀ। ਮੈਨੂੰ ਇੰਤਜ਼ਾਰ ਸੀ ਕਿ ਉਹ ਮੇਰੇ ਨਾਲ ਗੱਲ ਕਰੇ ਤੇ ਮੈਂ ਆਪਣੇ ਬਾਰੇ ਉਸ ਨਾਲ ਕਲੀਅਰ ਕਰਾਂ ਤਾਂ ਕਿ ਉਸ ਦਾ ਇਹ ਖੌਫ ਖਤਮ ਹੋ ਜਾਵੇ। ਮੈਨੂੰ ਪੂਰਾ ਯਕੀਨ ਸੀ ਕਿ ਮੈਂ ਉਸ ਨੂੰ ਆਪਣੇ ਪਿਆਰ ਅਤੇ ਮੁਹੱਬਤ ਨਾਲ ਇਸ ਡਰ 'ਚੋਂ ਕੱਢ ਦੇਵਾਂਗਾ, ਪਰ ਮੈਨੂੰ ਕੀ ਪਤਾ ਸੀ ਕਿ ਇਹ ਉਹ ਖੌਫ ਆ ਜੋ ਮੇਰੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦੇਵੇਗਾ। ਵਿਦਾਈ ਦੇ ਬਾਅਦ ਜਦੋਂ ਮੈਂ ਉਸ ਨੂੰ ਘਰ ਲੈ ਕੇ ਆਇਆ ਤਾਂ ਮੇਰੀ ਮਾਂ ਨਾ ਜਾਣੇ ਕਿਹੜੀਆਂ-ਕਿਹੜੀਆਂ ਰਸਮਾਂ ਕਰ ਰਹੀ ਸੀ। ਰਸਮਾਂ ਕਰਨ ਤੋਂ ਬਾਅਦ ਮੈਂ ਜਲਦੀ ਨਾਲ ਉਸ ਨੂੰ ਆਪਣੇ ਕਮਰੇ ਵਿੱਚ ਪਹੁੰਚਾ ਦਿੱਤਾ ਤਾਂ ਕਿ ਮੈਂ ਉਸ ਨਾਲ ਗੱਲ ਕਰ ਸਕਾਂ। ਮੈਂ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਉਸ ਨੂੰ ਆਪਣੇ ਵੱਲੋਂ ਕੋਈ ਪਰੇਸ਼ਾਨੀ ਨਾ ਦੇਵਾਂ। ਮੈਂ ਜੋ ਕਮਰੇ ਵਿੱਚ ਗਿਆ ਤਾਂ ਮੈਨੂੰ ਮੇਰੇ ਦੋਸਤਾਂ ਨੇ ਘੇਰ ਲਿਆ। ਉਹ ਸਭ ਆਪਣੀਆਂ ਸ਼ਰਾਰਤਾਂ ਵਿੱਚ ਸੀ, ਪਰ ਮੈਂ ਜਾਣਦਾ ਸੀ ਕਿ ਇਹ ਸ਼ਰਾਰਤਾਂ ਸ਼ਾਇਦ ਮੈਨੂੰ ਰਾਸ ਨਹੀਂ ਆਉਣਗੀਆਂ। ਬੜੀ ਮੁਸ਼ਕਲ ਨਾਲ ਮੈਂ ਜਾਨ ਛੁਡਾ ਕੇ ਜਲਦੀ ਤੋਂ ਜਲਦੀ ਕਮਰੇ ਵਿੱਚ ਭੱਜਿਆ। ਕਮਰੇ ਵਿੱਚ ਪਹੁੰਚਣ ਤੋਂ ਪਹਿਲਾਂ ਮੈਂ ਆਪਣੇ ਮਨ ਵਿੱਚ ਉਹ ਸਾਰੀਆਂ ਗੱਲਾਂ ਤਿਆਰ ਕਰ ਲਈਆਂ ਸੀ ਜਿਸ ਦੇ ਜ਼ਰੀਏ ਮੈਂ ਉਸ ਨੂੰ ਰਿਲੈਕਸ ਕਰਾ ਸਕਾਂ। ਮੈਂ ਬੜੀ ਖੁਸ਼ੀ ਨਾਲ ਆਪਣੇ ਕਮਰੇ ਵਿੱਚ ਦਾਖਲ ਹੋਇਆ ਅਤੇ ਉਹ ਰਿਵਾਇਤੀ ਦੁਲਹਨਾਂ ਦੀ ਤਰ੍ਹਾਂ ਘੁੰਡ ਕੱਢ ਕੇ ਬੈਠੀ ਸੀ। ਮੈਂ ਉਸ ਦੇ ਕੋਲ ਜਾ ਕੇ ਬੈਠਿਆ ਤਾਂ ਉਸ ਦੇ ਚਿਹਰੇ ਦਾ ਖੌਫ ਮੈਨੂੰ ਉਸ ਦੇ ਘੁੰਡ ਦੇ ਅੰਦਰ ਵੀ ਨਜ਼ਰ ਆ ਰਿਹਾ ਸੀ। ਮੈਂ ਉਸ ਦੇ ਕੋਲ ਬੈਠਣ ਲੱਗਿਆ ਤਾਂ ਉਹ ਕੰਬਣ ਲੱਗੀ। ਮੈਂ ਆਪਣੇ ਵੱਲੋਂ ਉਸ ਨੂੰ ਰਿਲੈਕਸ ਕਰਨ ਦੇ ਲਈ ਉਸ ਦੇ ਹੱਥ 'ਤੇ ਹੱਥ ਰੱਖਿਆ, ਪਰ ਉਸ ਦੇ ਨਾਲ ਹੀ ਉਹ ਬੇਸੁੱਧ ਹੋ ਕੇ ਹੇਠਾਂ ਡਿੱਗ ਪਈ। ਉਹਦੇ ਇਸ ਹੱਦ ਤੱਕ ਡਰੇ ਹੋਏ ਦੇਖ ਕੇ ਮੈਂ ਬਿਲਕੁਲ ਪਰੇਸ਼ਾਨ ਹੋ ਗਿਆ। ਨਾ ਜਾਣੇ ਅਜਿਹਾ ਵੀ ਮੇਰੇ ਤੋਂ ਕੀ ਡਰ ਸੀ। ਉਹਦੇ ਬੇਹੋਸ਼ ਹੋਣ ਦੀ ਗੱਲ ਕਿਸੇ ਨੂੰ ਨਾ ਪਤਾ ਚੱਲੇ, ਇਸ ਲਈ ਮੈਂ ਆਪਣੇ ਵੱਲੋਂ ਹਰ ਮੁਮਕਿਨ ਕੋਸ਼ਿਸ਼ ਕੀਤੀ ਕਿ ਉਹ ਹੋਸ਼ ਵਿੱਚ ਆ ਜਾਵੇ, ਪਰ ਉਹ ਬਿਲਕੁਲ ਹੋਸ਼ ਵਿੱਚ ਨਹੀਂ ਆ ਰਹੀ ਸੀ। ਇਸ ਲਈ ਮਜਬੂਰਨ ਮੈਨੂੰ ਹਸਪਤਾਲ ਲੈ ਕੇ ਜਾਣਾ ਪਿਆ। ਉਸ ਦੇ ਨਾਲ ਮਾਂ ਨੂੰ ਵੀ ਗੱਡੀ ਵਿੱਚ ਲੈ ਕੇ ਗਿਆ। ਘਰ ਵਿੱਚ ਬਹੁਤ ਸਾਰੇ ਮਹਿਮਾਨ ਮੌਜੂਦ ਸੀ, ਪਰ ਮੈਂ ਕਿਸੇ ਨੂੰ ਕੰਨੋਂ ਕੰਨੀ ਖਬਰ ਨਾ ਹੋਣ ਦਿੱਤੀ। ਜਦੋਂ ਉਸ ਨੂੰ ਅੱਧੀ ਰਾਤ ਨੂੰ ਦੁਲਹਨ ਦੇ ਕੱਪੜਿਆਂ ਵਿੱਚ ਦੇਖਿਆ ਤਾਂ ਫੌਰਨ ਹੀ ਸਾਰੇ ਅਲਰਟ ਹੋ ਗਏ। ਡਾਕਟਰ ਨੇ ਉਸ ਨੂੰ ਚੰਗੀ ਤਰ੍ਹਾਂ ਚੈੱਕਅਪ ਕੀਤਾ। ਉਸ ਨੇ ਦੱਸਿਆ ਇਹ ਖੌਫ ਜਾਂ ਦਿਮਾਗੀ ਦਬਾਅ ਨਾਲ ਬੇਹੋਸ਼ ਹੋ ਗਈ ਆ। ਹੁਣ ਸਭ ਨੂੰ ਪਤਾ ਸੀ ਕਿ ਲੜਕੀਆਂ ਵਿਆਹ ਦੇ ਨਾਲ ਦਬਾਅ ਵਿੱਚ ਆ ਜਾਂਦੀਆਂ, ਇਸ ਲਈ ਸਭ ਇਸ ਗੱਲ ਨੂੰ ਨੋਰਮਲ ਹੀ ਲੈ ਰਹੇ ਸੀ, ਪਰ ਹਕੀਕਤ ਕੀ ਸੀ ਉਹ ਮੈਂ ਨਹੀਂ ਜਾਣਦਾ। ਡਾਕਟਰ ਨੇ ਇੰਜੈਕਸ਼ਨ ਵਗੈਰਾ ਦਿੱਤੇ ਅਤੇ ਕਿਹਾ ਇਹ 2 ਘੰਟਿਆਂ ਵਿੱਚ ਹੋਸ਼ ਵਿੱਚ ਆ ਜਾਵੇਗੀ। 2 ਘੰਟੇ ਕਿਵੇਂ ਗੁਜ਼ਾਰੇ ਉਹ ਮੈਂ ਹੀ ਜਾਣਦਾ ਸੀ। ਡਾਕਟਰ ਨੇ ਪੂਰੇ ਟੈਸਟ ਲਏ ਤੇ ਕਿਹਾ ਕਿ ਸਵੇਰੇ ਇਸ ਦੀ ਰਿਪੋਰਟ ਲੈ ਜਾਇਓ। 2 ਘੰਟਿਆਂ ਬਾਅਦ ਉਸ ਨੂੰ ਹੋਸ਼ ਆਇਆ ਤੇ ਮੈਂ ਉਸ ਨੂੰ ਘਰ ਵਾਪਸ ਲੈ ਆਇਆ। ਉਸ ਦੀ ਤਬੀਅਤ ਨੂੰ ਵੇਖਦੇ ਹੋਏ
ਮੈਂ ਉਸ ਨਾਲ ਕੋਈ ਗੱਲ ਨਾ ਕਰੀ। ਉਹ ਚੁੱਪ ਕਰਕੇ ਆਪਣੇ ਕੱਪੜੇ ਬਦਲ ਕੇ ਸੋ ਗਈ। ਸਾਡੀ ਇਹ ਖੂਬਸੂਰਤ ਰਾਤ ਹਸਪਤਾਲਾਂ ਦੇ ਚੱਕਰ ਵਿੱਚ ਖਰਾਬ ਹੋ ਗਈ। ਪਰ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਸੀ। ਮੈਨੂੰ ਤਾਂ ਸਿਰਫ ਇਸ ਗੱਲ ਦੀ ਪਰੇਸ਼ਾਨੀ ਸੀ, ਆਖਿਰ ਮੇਰੀ ਪਤਨੀ ਇੰਨੀ ਜ਼ਿਆਦਾ ਡਰੀ ਹੋਈ ਕਿਉਂ ਸੀ। ਅਗਲੀ ਸਵੇਰ ਮੈਂ ਕਿਸੇ ਨੂੰ ਬਿਨਾਂ ਦੱਸੇ ਹੀ ਹਸਪਤਾਲ ਵਿੱਚ ਰਿਪੋਰਟ ਲੈਣ ਪਹੁੰਚ ਗਿਆ, ਪਰ ਮੈਨੂੰ ਰਿਪੋਰਟ ਦੇਣ ਦੀ ਬਜਾਏ ਡਾਕਟਰ ਨੇ ਕਮਰੇ ਵਿੱਚ ਭੇਜ ਦਿੱਤਾ। ਇਸ ਗੱਲ ਨੇ ਮੈਨੂੰ ਹੋਰ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਕਿ ਨਾ ਜਾਣੇ ਮੇਰੀ ਪਤਨੀ ਨੂੰ ਅਜਿਹੀ ਕਿਹੜੀ ਬਿਮਾਰੀ। ਡਾਕਟਰ ਨੇ ਮੈਨੂੰ ਦੇਖਦੇ ਹੀ ਕਿਹਾ ਕਿ ਮੈਂ ਤੈਨੂੰ ਜੋ ਖਬਰ ਦੇਣ ਜਾ ਰਹੀ ਹਾਂ ਗੰਭੀਰਤਾ ਅਤੇ ਸਬਰ ਨਾਲ ਸੁਣੀ। ਮੈਂ ਖੁਦ ਨੂੰ ਹਰ ਕਿਸਮ ਦੀ ਬੁਰੀ ਖਬਰ ਦੇ ਲਈ ਤਿਆਰ ਕਰ ਲਿਆ ਸੀ, ਇੱਥੋਂ ਤੱਕ ਕਿ ਮੈਂ ਸੋਚ ਲਿਆ ਸੀ ਕਿ ਮੈਂ ਹਮੇਸ਼ਾ ਆਪਣੀ ਪਤਨੀ ਦਾ ਸਾਥ ਦੇਵਾਂਗਾ, ਜਿਵੇਂ ਵੀ ਹੋਵੇਗਾ। ਮੈਂ ਉਸ ਦਾ ਵੱਡੇ ਤੋਂ ਵੱਡੇ ਡਾਕਟਰਾਂ ਕੋਲ ਇਲਾਜ ਕਰਵਾਵਾਂਗਾ, ਕਿਉਂਕਿ ਪੈਸੇ ਦੀ ਮੈਨੂੰ ਕੋਈ ਕਮੀ ਨਹੀਂ ਸੀ। ਪਰ ਡਾਕਟਰ ਨੇ ਜੋ ਗੱਲ ਦੱਸੀ ਉਹ ਗੱਲ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਕਿ ਮੇਰੀ ਪਤਨੀ ਇਹੋ ਜਿਹੀ ਹੋਵੇਗੀ। ਡਾਕਟਰ ਨੇ ਦੱਸਿਆ ਕਿ ਤੇਰੀ ਪਤਨੀ ਪ੍ਰੈਗਨੈਂਟ ਆ ਅਤੇ ਉਹ ਤਕਰੀਬਨ 3 ਤੋਂ 4 ਹਫ਼ਤਿਆਂ ਦੀ ਪ੍ਰੈਗਨੈਂਟ ਆ। ਅਤੇ ਇਸ ਗੱਲ ਨੇ ਮੇਰੇ ਕਦਮਾਂ ਦੇ ਹੇਠੋਂ ਜ਼ਮੀਨ ਖਿਸਕਾ ਦਿੱਤੀ। ਮੈਂ ਤਾਂ ਨਾ ਜਾਣੇ ਕਿਹੜੀ ਵੱਡੀ ਬਿਮਾਰੀ ਬਾਰੇ ਸੋਚ ਬੈਠਾ ਸੀ ਅਤੇ ਇਹ ਕੀ ਹੋ ਗਿਆ। ਉਹ ਲੜਕੀ ਜਿਸ 'ਤੇ ਮੈਂ ਅੰਨਾ ਹੋ ਕੇ ਇਤਬਾਰ ਕੀਤਾ, ਮੈਂ ਤਾਂ ਉਸ ਨਾਲ ਗੱਲ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਕਿਤੇ ਉਸ ਦੀ ਇੱਜ਼ਤ 'ਤੇ ਉਂਗਲੀ ਨਾ ਉੱਠੇ। ਪਰ ਉਹੀ ਲੜਕੀ ਮੇਰੇ ਨਾਲ ਵਿਆਹ ਕਰਨ ਤੋਂ ਪਹਿਲਾਂ ਹੀ ਕਿਸੇ ਹੋਰ ਦੀ ਔਲਾਦ ਦੀ ਮਾਂ ਬਣ ਜਾ ਰਹੀ ਸੀ। ਸ਼ਾਇਦ ਉਹ ਕਿਸੇ ਨੂੰ ਪਸੰਦ ਕਰਦੀ ਸੀ। ਮੈਂ ਤਾਂ ਸੋਚ ਰਿਹਾ ਸੀ, ਮੈਂ ਹਸਪਤਾਲ ਤੋਂ ਬਾਹਰ ਨਿਕਲਿਆ ਤਾਂ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਡਰਾਈਵਿੰਗ ਕਰ ਸਕਾਂ। ਇੱਕੋ ਗੱਲ ਸੋਚੀ ਜਾ ਰਿਹਾ ਸੀ ਕਿ ਜਿਸ ਨੂੰ ਮੈਂ ਪਿਆਰ ਕੀਤਾ ਉਹ ਵਿਆਹ ਤੋਂ ਪਹਿਲਾਂ ਹੀ ਕਿਸੇ ਹੋਰ ਦੇ ਨਾਲ ਮੂੰਹ ਕਾਲਾ ਕਰ ਚੁੱਕੀ ਹੈ। ਇਸ ਗੱਲ ਦੀ ਕੀ ਗਰੰਟੀ ਕਿ ਉਹ ਵਿਆਹ ਤੋਂ ਬਾਅਦ ਵੀ ਮੇਰੇ ਨਾਲ ਵਫਾਦਾਰ ਰਹੇਗੀ। ਇਸ ਲਈ ਮੈਨੂੰ ਉਸ ਨੂੰ ਅੱਜ ਹੀ ਛੱਡ ਦੇਣਾ ਚਾਹੀਦਾ ਤਾਂ ਕਿ ਉਹ ਉਸ ਦੇ ਨਾਲ ਜ਼ਿੰਦਗੀ ਗੁਜ਼ਾਰ ਸਕੇ ਜਿਸ ਦੀ ਔਲਾਦ ਉਸ ਦੇ ਪੇਟ ਵਿੱਚ ਆ। ਉਸ ਬੱਚੇ ਨੂੰ ਉਸ ਦਾ ਬਾਪ ਵੀ ਮਿਲ ਜਾਵੇਗਾ। ਮੈਂ ਸਿਰਫ ਮੁਹੱਬਤ ਕੀਤੀ ਸੀ ਅਤੇ ਜ਼ਰੂਰੀ ਨਹੀਂ ਕਿ ਹਰ ਇਨਸਾਨ ਮੁਹੱਬਤ ਨੂੰ ਪਾ ਲਵੇ। ਇਹ ਸਭ ਸੋਚ ਕੇ ਮੈਂ ਫੈਸਲਾ ਕਰ ਲਿਆ ਅਤੇ ਘਰ ਵੱਲ ਵਧਿਆ। ਕਮਰੇ ਵਿੱਚ ਗਿਆ ਤਾਂ ਉਹ ਆਰਾਮ ਕਰ ਰਹੀ ਸੀ, ਪਰ ਮੈਨੂੰ ਉਸ ਦੇ ਆਰਾਮ ਨਾਲ ਕੋਈ ਫਰਕ ਨਹੀਂ ਪੈਂਦਾ ਸੀ। ਇਸ ਲਈ ਮੈਂ ਜਾ ਕੇ ਉਸ ਦੀ ਰਿਪੋਰਟ ਉਸ ਦੇ ਸਾਹਮਣੇ ਰੱਖੀ ਅਤੇ ਕਿਹਾ, ਕੌਣ ਆ ਉਹ ਜੋ ਤੇਰੀ ਜ਼ਿੰਦਗੀ ਵਿੱਚ ਮੇਰੇ ਨਾਲੋਂ ਪਹਿਲਾਂ, ਅਤੇ ਤੂੰ ਉਸ ਨਾਲ ਵਿਆਹ ਕਿਉਂ ਨਹੀਂ ਕੀਤਾ, ਮੇਰੇ ਵਿਆਹ ਦੇ ਲਈ ਕਿਉਂ ਹਾਂ ਕੀਤੀ। ਮੈਂ ਅੱਜ ਤੈਨੂੰ ਆਜ਼ਾਦ ਕਰ ਦਿੰਦਾ ਹਾਂ ਤਾਂ ਕਿ ਤੂੰ ਉਸ ਨਾਲ ਵਿਆਹ ਕਰ ਲਵੇਂ ਜਿਸ ਦੀ ਔਲਾਦ ਦੀ ਤੂੰ ਮਾਂ ਬਣਨ ਵਾਲੀ ਆ, ਤਾਂ ਕਿ ਇਸ ਬੱਚੇ ਨੂੰ ਉਸ ਦਾ ਬਾਪ ਮਿਲ ਜਾਵੇ। ਪਰ ਮੇਰੀ ਗੱਲ ਸੁਣ ਕੇ ਉਹ ਰੋਣ ਲੱਗੀ ਅਤੇ ਉਸ ਨੇ ਮੈਨੂੰ ਕਿਹਾ ਕਿ ਤੈਨੂੰ ਰੱਬ ਦਾ ਵਾਸਤਾ ਮੈਨੂੰ ਤਲਾਕ ਨਾ ਦੇ। ਮੈਨੂੰ ਇੱਕ ਤਰਫ ਉਸ ਦੇ ਹੰਝੂ ਅਤੇ ਉਸ ਦੇ ਚਿਹਰੇ ਦੀ ਬੇਵਸੀ ਪਰੇਸ਼ਾਨ ਕਰ ਰਹੀ ਸੀ ਅਤੇ ਦੂਜੀ ਤਰਫ ਮੇਰੇ ਹੱਥ ਵਿੱਚ ਫੜੀ ਹੋਈ ਰਿਪੋਰਟ ਮੈਨੂੰ ਆਪਣੇ ਫੈਸਲੇ 'ਤੇ ਪੱਕਾ ਰਹਿਣ ਲਈ ਕਹਿ ਰਹੀ ਸੀ। ਮੇਰੀ ਮੁਹੱਬਤ ਮੈਨੂੰ ਅਜੀਬ ਦਰਾਹੇ 'ਤੇ ਲਿਆ ਕੇ ਖੜਾ ਕਰ ਚੁੱਕੀ ਸੀ। ਮੈਂ ਚਾਹੁੰਦਾ ਸੀ ਕਿ ਮੈਂ ਉਸ ਨੂੰ ਤਲਾਕ ਦੇ ਦੇਵਾਂ, ਸਿਰਫ ਇਸ ਲਈ ਕਿ ਮੈਨੂੰ ਉਸ ਦੇ ਪੇਟ ਵਿੱਚ ਪਲਣ ਵਾਲੇ ਬੱਚੇ ਦਾ ਖਿਆਲ ਸੀ। ਮੇਰੇ ਵਿੱਚ ਤਾਂ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਉਸ ਨੂੰ ਆਪਣਾ ਨਾਮ ਦੇ ਸਕਾਂ। ਮੇਰੀ ਪਤਨੀ ਲਗਾਤਾਰ ਰੋਈ ਜਾ ਰਹੀ ਸੀ। ਜਦੋਂ ਉਸ ਨੇ ਦੇਖਿਆ ਕਿ ਮੈਂ ਬਿਲਕੁਲ ਵੀ ਆਪਣੇ ਫੈਸਲੇ ਤੋਂ ਹਟਣ ਵਾਲਾ ਨਹੀਂ ਹਾਂ ਤਾਂ ਉਸ ਨੇ ਅਜਿਹੀ ਹਰਕਤ ਕੀਤੀ ਜਿਸ ਨੇ ਮੇਰੀ ਰੂਹ ਤੱਕ ਹਿਲਾ ਕੇ ਰੱਖ ਦਿੱਤੀ। ਉਸ ਨੇ ਦੁਪੱਟਾ ਲਾ ਕੇ ਮੇਰੇ ਕਦਮਾਂ ਵਿੱਚ ਰੱਖ ਦਿੱਤਾ ਕਿ ਮੇਰੀ ਜਾਨ ਲੈ ਲੈ, ਪਰ ਮੈਨੂੰ ਤਲਾਕ ਨਾ ਦੇ, ਕਿਉਂਕਿ ਇਹ ਬੱਚਾ ਤੇਰਾ ਹੀ ਆ। ਮੈਨੂੰ ਪਤਾ ਕਿ ਤੂੰ ਮੇਰੇ ਨਾਲ ਬਦਲਾ ਲੈਣ ਲਈ ਮੇਰੇ ਨਾਲ ਵਿਆਹ ਕੀਤਾ, ਲੇਕਿਨ ਤੂੰ ਜਿਵੇਂ ਵੀ ਚਾਹੁੰਦਾ ਉਵੇਂ ਬਦਲਾ ਲੈ ਲਾ। ਬੇਸ਼ੱਕ ਮੈਨੂੰ ਮਾਰ ਦੇ, ਮੈਂ ਉਫ ਤੱਕ ਨਹੀਂ ਕਰਾਂਗੀ। ਮੈਨੂੰ ਤਲਾਕ ਨਾ ਦੇ। ਮੇਰੇ ਮਾਂ-ਬਾਪ ਮਰ ਜਾਣਗੇ। ਜਦ ਕਿ ਮੈਂ ਤਾਂ ਉਸ ਦੀ ਇਹ ਹਰਕਤ 'ਤੇ ਸੁੰਨ ਹੋ ਗਿਆ। ਮੈਂ ਦੁਪੱਟਾ ਚੁੱਕ ਕੇ ਉਸ ਦੇ ਸਿਰ 'ਤੇ ਰੱਖਿਆ ਅਤੇ ਉਸ ਨੂੰ ਕਿਹਾ ਕਿ ਇੱਜ਼ਤ ਬਣਾ ਕੇ ਲਿਆਇਆ ਹਾਂ, ਨਾ ਕਿ ਕਦਮਾਂ ਵਿੱਚ ਇਹ ਦੁਪੱਟਾ ਰੱਖਣ ਲਈ। ਪਰ ਤੂੰ ਕੀ ਕਿਹਾ ਕਿ ਇਹ ਬੱਚਾ ਮੇਰਾ? ਮੈਂ ਤਾਂ ਤੈਨੂੰ ਜਾਣਦਾ ਨਹੀਂ ਅਤੇ ਰਿਸ਼ਤਾ ਭੇਜ ਦਿੱਤਾ। ਪਰ ਉਸ ਨੇ ਕਿਹਾ ਕਿ ਮੈਂ ਗੀਤਾ ਉੱਤੇ ਹੱਥ ਰੱਖ ਕੇ ਕਸਮ ਖਾਣ ਨੂੰ ਤਿਆਰ ਹਾਂ ਕਿ ਇਹ ਬੱਚਾ ਤੇਰਾ ਹੀ ਆ। ਇਹ ਉਸ ਦੀਆਂ ਗੱਲਾਂ ਨੇ ਮੈਨੂੰ ਹੈਰਾਨ ਕਰ ਦਿੱਤਾ ਕਿ ਕੋਈ ਕਮਜ਼ੋਰ ਤੋਂ ਕਮਜ਼ੋਰ ਈਮਾਨ ਵਾਲਾ ਵੀ ਇੰਨੀ ਵੱਡੀ ਕਸਮ ਨਹੀਂ ਖਾ ਸਕਦਾ। ਤਾਂ ਫਿਰ ਇਹ ਇੰਨੀ ਵੱਡੀ ਕਸਮ ਕਿਵੇਂ ਖਾ ਰਹੀ ਆ, ਜਦ ਕਿ ਮੈਂ ਜਾਣਦਾ ਹਾਂ ਕਿ ਇਹ ਬੱਚਾ ਮੇਰਾ ਨਹੀਂ ਹੈ। ਪਰ ਮੈਂ ਇਸ ਦਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ, ਇਸ ਲਈ ਮੈਂ ਚੁੱਪ ਹੋ ਗਿਆ। ਰਿਸੈਪਸ਼ਨ ਇਵੇਂ ਹੀ ਬਿਲਕੁਲ ਖਾਮੋਸ਼ੀ ਨਾਲ ਗੁਜ਼ਰ ਗਿਆ। ਪਰ ਉਸ ਦੇ ਬਾਅਦ ਅਸੀਂ ਦੋਨੋਂ ਅਜਨਬੀ ਬਣ ਗਏ, ਨਦੀ ਦੇ ਦੋ ਕਿਨਾਰਿਆਂ ਦੀ ਤਰ੍ਹਾਂ। ਉਹ ਹਰ ਰੋਜ਼ ਪੂਜਾ ਕਰਦੀ, ਮੇਰੇ ਘਰ ਵਾਲਿਆਂ ਦਾ ਹਰ ਤਰ੍ਹਾਂ ਖਿਆਲ ਰੱਖਦੀ, ਪਰ ਉਸ ਦੀ ਇੱਕ ਚੀਜ਼ ਨੇ ਮੈਨੂੰ ਹੈਰਾਨ ਕਰ ਦਿੱਤਾ।
ਉਸ ਨੂੰ ਬਿਲਕੁਲ ਪਰਵਾਹ ਨਹੀਂ ਸੀ ਕਿ ਉਸ ਦਾ ਫ਼ੋਨ ਕਿੱਥੇ ਪਿਆ। ਬਾਹਰ ਵੀ ਉਹ ਮੇਰੇ ਨਾਲ ਹੀ ਜਾਂਦੀ ਸੀ। ਮੈਨੂੰ ਹੈਰਾਨੀ ਹੁੰਦੀ ਸੀ ਕਿ ਉਸ ਦੀ ਜ਼ਿੰਦਗੀ ਵਿੱਚ ਕੋਈ ਹੋਰ ਹੈ ਤਾਂ ਘੱਟ ਤੋਂ ਘੱਟ ਉਸ ਨਾਲ ਗੱਲ ਤਾਂ ਕਰਦੀ। ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ 1 ਹਫ਼ਤੇ ਦੇ ਬਾਅਦ ਮੈਂ ਉਸ ਨੂੰ ਚੁੱਪ ਕਰਕੇ ਆਪਣੇ ਕੋਲ ਬਿਠਾਇਆ ਅਤੇ ਕਿਹਾ, ਮੇਰੇ ਕੋਲ ਬੈਠ ਕੇ ਮੈਨੂੰ ਸੱਚ-ਸੱਚ ਸਾਰਾ ਕੁਝ ਦੱਸ ਦੇ। ਜੇ ਕੁਝ ਤੇਰੇ ਨਾਲ ਹੋਇਆ ਅਤੇ ਜੋ ਕੁਝ ਤੂੰ ਕਿਹਾ ਕਿ ਇਹ ਬੱਚਾ ਮੇਰਾ ਆ, ਇਹ ਤੂੰ ਕਿਵੇਂ ਕਹਿ ਸਕਦੀ ਆਂ? ਪਰ ਮੈਂ ਤੈਨੂੰ ਆਪਣੇ ਵੱਲੋਂ ਕਹਾਣੀ ਸੁਣਾਉਣਾ। ਮੈਂ ਤੈਨੂੰ ਮਾਲ ਵਿੱਚ ਦੇਖਿਆ ਤੇ ਉਸ ਦੇ ਬਾਅਦ ਮੈਂ ਤੇਰੇ ਬਾਰੇ ਜਾਣਕਾਰੀ ਲਈ ਸੀ ਤੇ ਆਪਣੀ ਮਾਂ ਨੂੰ ਦੱਸਿਆ ਤੇ ਤੇਰੇ ਨਾਲ ਵਿਆਹ ਕਰ ਲਿਆ। ਬਸ ਮੇਰੇ ਵੱਲੋਂ ਇੰਨੀ ਹੀ ਕਹਾਣੀ ਆ। ਤਾਂ ਉਹ ਹੈਰਾਨ ਹੋਣ ਲੱਗੀ ਤੇ ਕਹਿਣ ਲੱਗੀ ਕਿ ਇਸ ਸ਼ਹਿਰ ਵਿੱਚ ਤਾਂ ਤੂੰ ਮੈਨੂੰ ਮਾਲ ਵਿੱਚ ਦੇਖਿਆ, ਪਰ ਪਿਛਲੇ ਸ਼ਹਿਰ ਵਿੱਚ ਮੈਨੂੰ ਦੇਖਦੇ ਰਹੇ ਸੀ, ਉਹ ਕੀ ਸੀ? ਇਸ ਉੱਤੇ ਮੈਂ ਕਿਹਾ ਕਿ ਮੈਂ ਤਾਂ ਇਸ ਸ਼ਹਿਰ ਤੋਂ ਬਾਹਰ ਗਿਆ ਹੀ ਨਹੀਂ। ਮੈਂ ਤਾਂ ਇਸ ਸ਼ਹਿਰ ਵਿੱਚ ਹੀ ਪੜ੍ਹਾਈ ਕੀਤੀ ਤੇ ਬਿਜ਼ਨਸ ਡਿਗਰੀ ਲੰਦਨ ਤੋਂ ਲਈ ਆ। ਜਿਸ ਸ਼ਹਿਰ ਦਾ ਤੂੰ ਨਾਮ ਲੈ ਰਹੀ ਆਂ ਉੱਥੇ ਤਾਂ ਮੈਂ ਕਦੇ ਬਿਜ਼ਨਸ ਡੀਲ ਦੇ ਲਈ ਜਾਵਾਂ, ਪਰ ਮੈਂ ਉੱਥੇ ਤੈਨੂੰ ਕਦੇ ਨਹੀਂ ਵੇਖਿਆ। ਇਸ ਉੱਤੇ ਉਸਨੇ ਮੈਨੂੰ ਕਿਹਾ ਕਿ ਇਹ ਸੱਚ ਆ। ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਸਾਰੀ ਗੱਲ ਦੱਸ ਕਿ ਤੇਰੇ ਨਾਲ ਹੋਇਆ ਕੀ ਆ। ਤਾਂ ਉਸਨੇ ਦੱਸਿਆ ਕਿ ਕਾਲਜ ਵਿੱਚ ਇੱਕ ਲੜਕਾ ਮੈਨੂੰ ਪਸੰਦ ਆ ਗਿਆ ਸੀ ਤੇ ਉਹ ਵੀ ਮੈਨੂੰ ਪਸੰਦ ਕਰਦਾ ਸੀ, ਜਿਵੇਂ ਹਰ ਕਿਸੇ ਦੀ ਨੋਰਮਲ ਦੋਸਤੀ ਹੁੰਦੀ। ਸਾਡੀ ਵੀ ਉਵੇਂ ਹੀ ਸੀ। ਅਸੀਂ ਦੋਨੋਂ ਬਹੁਤ ਚੰਗੇ ਦੋਸਤ ਸੀ। ਹੌਲੀ-ਹੌਲੀ ਕਰਕੇ ਇਹ ਦੋਸਤੀ ਪਿਆਰ ਵਿੱਚ ਬਦਲਣ ਲੱਗੀ। ਮੇਰੇ ਮਾਂ-ਬਾਪ ਵੀ ਉਸ ਨੂੰ ਜਾਣਦੇ ਸੀ ਅਤੇ ਉਹਨਾਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ, ਕਿਉਂਕਿ ਉਹ ਲੜਕਾ ਵੀ ਬਹੁਤ ਚੰਗਾ ਸੀ ਤੇ ਅਸੀਂ ਦੋਨਾਂ ਨੇ ਹਮੇਸ਼ਾ ਦੋਸਤੀ ਦੀ ਹੱਦ ਵਿੱਚ ਰਹਿ ਕੇ ਗੱਲ ਕੀਤੀ ਸੀ, ਬਿਨਾਂ ਕਿਸੇ ਨੂੰ ਦੱਸੇ ਬਾਹਰ ਮਿਲ ਨਹੀਂ ਗਏ ਸੀ। ਸਾਡੀ ਮੁਲਾਕਾਤ ਕਾਲਜ ਵਿੱਚ ਹੁੰਦੀ ਸੀ। ਹੁਣ ਮੇਰਾ ਕਾਲਜ ਦਾ ਆਖਰੀ ਸਾਲ ਸੀ ਤਾਂ ਉਸ ਲੜਕੇ ਨੇ ਕੁਝ ਆਵਾਰਾ ਦੋਸਤਾਂ ਨਾਲ ਦੋਸਤੀ ਕਰ ਲਈ, ਜਿਸ ਵਿੱਚ ਤੂੰ ਵੀ ਸੀ। ਅਤੇ ਫਿਰ ਉਹਨਾਂ ਲੋਕਾਂ ਨੇ ਨਾ ਜਾਣੇ ਉਸ ਨੂੰ ਕਿਹੜੇ ਨਸ਼ੇ ਦੀ ਰਾਹ 'ਤੇ ਲਾ ਦਿੱਤਾ ਕਿ ਉਹ ਕਿਸੇ ਨੂੰ ਵੀ ਵੇਚਣ ਲਈ ਤਿਆਰ ਹੋ ਗਿਆ ਤੇ ਮੇਰੀ ਕੀਮਤ ਲਗਾ ਦਿੱਤੀ। ਪਰ ਮੇਰੀ ਕਿਸਮਤ ਉਸ ਵਕਤ ਸ਼ਾਇਦ ਚੰਗੀ ਸੀ ਕਿ ਮੈਨੂੰ ਉਹ ਇਹ ਗੱਲਾਂ ਪਹਿਲਾਂ ਹੀ ਪਤਾ ਲੱਗ ਗਈਆਂ। ਜਦੋਂ ਮੈਂ ਫ਼ੋਨ ਉੱਤੇ ਤੇਰੇ ਨਾਲ ਗੱਲ ਕਰਾ ਰਿਹਾ ਸੀ, ਉਸ ਵਕਤ ਮੈਂ ਪਿੱਛੇ ਹੀ ਖੜੀ ਸੀ ਅਤੇ ਸੁਣ ਰਹੀ ਸੀ। ਉਸ ਨੇ ਮੈਨੂੰ ਪਹਿਲੀ ਵਾਰ ਡਿਨਰ ਦੇ ਲਈ ਇਨਵਾਈਟ ਕੀਤਾ ਅਤੇ ਮੇਰੇ ਮਾਂ-ਬਾਪ ਨੇ ਵੀ ਇਜਾਜ਼ਤ ਦੇ ਦਿੱਤੀ ਸੀ, ਕਿਉਂਕਿ ਉਹ ਲੋਕ ਚਾਹੁੰਦੇ ਸੀ ਕਿ ਡਿਗਰੀ ਕੰਪਲੀਟ ਹੋਣ ਤੋਂ ਬਾਅਦ ਫੌਰਨ ਮੇਰਾ ਵਿਆਹ ਕਰ ਦਿੱਤਾ ਜਾਵੇ। ਮੈਂ ਉਸ ਨੂੰ ਇਹ ਦੱਸਣ ਆਈ ਸੀ ਕਿ ਮੈਨੂੰ ਇਜਾਜ਼ਤ ਮਿਲ ਗਈ ਆ, ਪਰ ਉਸ ਦੀ ਇਹ ਗੱਲ ਸੁਣਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਹ ਡਿਨਰ ਨਹੀਂ ਬਲਕਿ ਉਹ ਮੈਨੂੰ ਵੇਚਣਾ ਚਾਹੁੰਦਾ ਹੈ। ਮੈਂ ਆਪਣੇ ਮਾਂ-ਬਾਪ ਨੂੰ ਦੱਸਿਆ ਤਾਂ ਉਹ ਵੀ ਪਰੇਸ਼ਾਨ ਹੋ ਗਏ। ਅਸੀਂ ਤਾਂ ਪਹਿਲਾਂ ਹੀ ਕਿਰਾਏ ਦੇ ਘਰ ਵਿੱਚ ਰਹਿੰਦੇ ਸੀ। ਮੈਨੂੰ ਰਾਤ ਨੂੰ ਉਸ ਦੀ ਬਹੁਤ ਫ਼ੋਨ ਕਾਲ ਆਉਂਦੀ ਰਹੀ ਤੇ ਮੈਂ ਉਸ ਨੂੰ ਕਿਹਾ ਕਿ ਮੇਰੀ ਮਾਂ ਦੀ ਤਬੀਅਤ ਖਰਾਬ ਹੋ ਗਈ ਹੈ, ਇਸ ਲਈ ਮੈਂ ਨਹੀਂ ਆ ਸਕਦੀ। ਮੈਂ ਕਾਲਜ ਤੋਂ 1 ਹਫ਼ਤੇ ਲਈ ਛੁੱਟੀਆਂ ਲੈ ਲਈਆਂ ਤੇ ਅਸੀਂ 1 ਹਫ਼ਤੇ ਦੇ ਦੌਰਾਨ ਸਭ ਕੁਝ ਬੰਨ੍ਹ ਕੇ ਇਸ ਸ਼ਹਿਰ ਵਿੱਚ ਆ ਗਏ। ਮੈਨੂੰ ਲੱਗਦਾ ਸੀ ਕਿ ਮੈਂ ਬਚ ਗਈ, ਪਰ ਮੈਂ ਇੱਥੇ ਤੈਨੂੰ ਦੇਖਿਆ ਤੇ ਪਰੇਸ਼ਾਨ ਹੋ ਗਈ ਤੇ ਉਸ ਦੇ ਬਾਅਦ ਮੈਂ ਘਰ ਤੋਂ ਨਿਕਲਣਾ ਛੱਡ ਦਿੱਤਾ। ਪਰ ਮੇਰੇ ਮਾਂ-ਬਾਪ ਨੂੰ ਇਹ ਦੱਸ ਕੇ ਪਰੇਸ਼ਾਨ ਨਹੀਂ ਕਰ ਸਕਦੀ ਸੀ ਤੇ ਇੱਕ ਦਿਨ ਜਦੋਂ ਮੈਂ ਮਾਰਕੀਟ ਗਈ ਤਾਂ ਤੂੰ ਮੈਨੂੰ ਫੜ ਲਿਆ ਤੇ ਮੇਰੇ ਨਾਲ ਜ਼ਬਰਦਸਤੀ ਕੀਤੀ। ਤੂੰ ਮੈਨੂੰ ਦੱਸਿਆ ਕਿ ਤੂੰ ਮੇਰੀ ਕੀਮਤ ਅਦਾ ਕਰ ਚੁੱਕਿਆ ਤੇ ਇਹ ਗੱਲ ਮੈਂ ਆਪਣੇ ਮਾਂ-ਬਾਪ ਨੂੰ ਨਹੀਂ ਦੱਸ ਸਕਦੀ ਸੀ ਤੇ ਇਹ ਮੇਰੀ ਕੁੱਖ ਵਿੱਚ ਪਲਣ ਵਾਲਾ ਬੱਚਾ ਉਹੀ ਆ। ਇਸ ਉੱਤੇ ਮੈਂ ਉਸ ਨੂੰ ਦੱਸਿਆ ਕਿ ਮੈਂ ਬਿਲਕੁਲ ਉਹ ਨਹੀਂ ਆ। ਉਸ ਨੇ ਮੈਨੂੰ ਆਪਣੇ ਦੋਸਤ ਦਾ ਨੰਬਰ ਦਿੱਤਾ ਤੇ ਮੈਂ ਉੱਥੇ ਬੈਠੇ ਨੇ ਇੱਕ ਪੁਲਿਸ ਵਾਲੇ ਦੋਸਤ ਨੂੰ ਉਹ ਨੰਬਰ ਦੀ ਡਿਟੇਲ ਕੱਢਣ ਲਈ ਕਿਹਾ ਤੇ ਉਸ ਲੜਕੇ ਦੀ ਡਿਟੇਲ ਕਢਵਾਈ। 1 ਘੰਟੇ ਦੇ ਅੰਦਰ ਉਸ ਦੀਆਂ ਫੋਟੋਆਂ ਮੇਰੇ ਫ਼ੋਨ ਵਿੱਚ ਆ ਚੁੱਕੀਆਂ ਸੀ ਤੇ ਉਹਨਾਂ ਫੋਟੋਆਂ ਵਿੱਚ ਮੈਂ ਆਪਣੀ ਫੋਟੋ ਵੇਖ ਕੇ ਹੈਰਾਨ ਪਰੇਸ਼ਾਨ ਰਹਿ ਗਿਆ, ਕਿਉਂਕਿ ਉਹ ਲੜਕਾ ਹੂ-ਬ-ਹੂ ਮੇਰੇ ਵਰਗਾ ਸੀ, ਪਰ ਉਹ ਮੈਂ ਨਹੀਂ ਸੀ। ਅਤੇ ਮੈਂ ਆਪਣੀ ਪਤਨੀ ਨੂੰ ਇਹ ਗੱਲ ਦੱਸ ਦਿੱਤੀ ਤੇ ਫਿਰ ਉਹ ਪੁਲਿਸ ਵਾਲਿਆਂ ਦੀ ਮਦਦ ਨਾਲ ਜਦੋਂ ਮੈਂ ਉਸ ਲੜਕੇ ਦੇ ਬਾਰੇ ਪਤਾ ਕਰਵਾਇਆ ਤਾਂ ਪਤਾ ਲੱਗਿਆ ਕਿ ਉਹ ਆਪਣੇ ਮਾਂ-ਬਾਪ ਦਾ ਇਕਲੌਤਾ ਬੇਟਾ ਆ। ਅਤੇ ਜਦੋਂ ਉਸ ਦੇ ਮਾਂ-ਬਾਪ ਦੇ ਬਾਰੇ ਵਿੱਚ ਪਤਾ ਕੀਤਾ ਤਾਂ ਉਹ ਮੇਰੇ ਪਿਤਾ ਦੇ ਪੁਰਾਣੇ ਦੁਸ਼ਮਣ ਨਿਕਲੇ। ਫਿਰ ਪੁਲਿਸ ਦੇ ਸਾਹਮਣੇ ਜ਼ੁਬਾਨ ਖੋਲ੍ਹ ਦਿੱਤੀ ਕਿ ਉਹ ਲੜਕਾ ਅਸਲ ਵਿੱਚ ਮੇਰਾ ਹੀ ਜੁੜਵਾ ਭਰਾ ਸੀ, ਜੋ ਕਿ ਉਹਨਾਂ ਨੇ ਛੋਟੇ ਹੁੰਦੇ ਨੂੰ ਅਗਵਾ ਕਰ ਲਿਆ ਸੀ ਮੇਰੇ ਮਾਂ-ਬਾਪ ਤੋਂ ਬਦਲਾ ਲੈਣ ਲਈ। ਉਹ ਲੜਕਾ ਗਲਤ ਰਾਹ 'ਤੇ ਚੱਲ ਪਿਆ ਸੀ। ਮੇਰੀ ਪਤਨੀ ਦੇ ਪੇਟ ਵਿੱਚ ਉਸੇ ਦਾ ਬੱਚਾ ਪਲ ਰਿਹਾ ਸੀ, ਪਰ ਇਹ ਗੱਲ ਮੈਂ ਆਪਣੇ ਮਾਂ-ਬਾਪ ਤੱਕ ਨਹੀਂ ਪਹੁੰਚਣ ਦਿੱਤੀ ਤੇ ਉਸ ਬੱਚੇ ਨੂੰ ਆਪਣਾ ਨਾਮ ਦੇ ਦਿੱਤਾ। ਪਰ ਮੈਂ ਆਪਣੇ ਉਸ ਭਰਾ ਨੂੰ ਭੁੱਲ ਚੁੱਕਿਆ ਹਾਂ, ਕਿਉਂਕਿ ਉਹ ਗਲਤ ਰਾਹ 'ਤੇ ਚੱਲ ਚੁੱਕਿਆ ਸੀ। ਅੱਜ ਮੈਂ ਆਪਣੀ ਪਤਨੀ ਅਤੇ ਬੱਚੇ ਨਾਲ ਬਹੁਤ ਖੁਸ਼ ਹਾਂ। ਧੰਨਵਾਦ ਜੀ। ਇਹ ਸੀ ਅੱਜ ਦੀ ਆਪਣੀ ਕਹਾਣੀ। ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ